ਸਤਿ ਸ਼੍ਰੀ ਅਕਾਲ, ਨਮਸਤੇ ਜੀ ਆਇਆਂ ਨੂੰ ਬੱਚਿਓ। ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਮੇਰੇ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਸੋ ਅੱਜ ਦੀ ਲੜੀ ਵਿੱਚ ਅਸੀਂ ਅਗਲਾ ਪਾਠ ਕਰਨ ਜਾ ਰਹੇ ਹਾਂ। ਉਹ ਹੈ 11ਵੀਂ ਕਲਾਸ ਦੀ ਕਵਿਤਾ ਹੈ। ਗੁਰੂ ਨਾਨਕ ਦੇਵ ਜੀ ਦੀ ਕਵਿਤਾ ਲਿਖੀ ਹੋਈ ਹੈ। ਬਹੁਤ ਹੀ ਉਮਦਾ ਕਵਿਤਾ ਹੈ। ਸੋ ਇਸ ਨੂੰ ਤੁਸੀਂ ਧਿਆਨ ਨਾਲ ਸਮਝਣਾ ਅਤੇ ਉਮੀਦ ਕਰ ਰਹੀ ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਵੀ ਜਾਏਗੀ। ਸੋ ਇਹ ਕਵਿਤਾ ਹੈ ਗੁਰੂ ਨਾਨਕ ਦੇਵ ਜੀ ਦੀ ਲਿਖੀ ਹੋਈ। ਇਸ ਦੇ ਪਹਿਲਾਂ ਅਸੀਂ ਦੋ ਪੈਰੇ ਕਰਾਂਗੇ। ਪਹਿਲੇ ਪੈਰੇ ਵਿੱਚ ਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ ਤੂੰ ਇਹ ਪਰਮਾਤਮਾ ਨੂੰ ਸਾਰੀ ਕਵਿਤਾ ਜਿਹੜੀ ਹੈ ਕਿ ਸੰਬੋਧਿਤ ਕੀਤੀ ਗਈ ਹੋਈ ਹੈ। ਤੇ ਇਸ ਵਿੱਚ ਕਹਿ ਰਹੇ ਨੇ ਪਹਿਲੇ ਪੈਰੇ ਵਿੱਚ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾ। ਇਸ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਪਰਮਾਤਮਾ ਨੂੰ ਸੰਬੋਧਿਤ ਕਰਕੇ ਕਹਿ ਰਹੇ ਨੇ ਕਿ हे ਪਰਮਾਤਮਾ ਜੀ, हे ਪ੍ਰਭੂ ਜੀ, ਤੁਸੀਂ ਇੱਕ ਅਥਾਹ ਬਹੁਤ ਵੱਡੇ ਦਰਿਆ ਜਾਂ ਸਮੁੰਦਰ ਜਾਂ ਨਦੀ ਦੇ ਸਮਾਨ ਹੋ। ਤੂੰ ਦਰਿਆਓ ਕਿ हे ਪਰਮਾਤਮਾ ਜੀ ਤੁਸੀਂ ਦਰਿਆ ਜਾਂ ਨਦੀ ਦੇ ਸਮਾਨ ਹੋ। ਦਾਨਾ ਬੀਨਾ ਕੀ ਕਹਿ ਰਹੇ ਹੋ, ਔਰ ਤੁਸੀਂ ਸਭ ਕੁਝ ਹੀ ਹੋ। ਤੁਸੀਂ ਸਭ ਕੁਝ ਹੀ, ਦਾਨਾ ਬੀਨਾ ਮਤਲਬ ਤੁਸੀਂ, ਦਾਨਾ ਮਤਲਬ ਹੁੰਦਾ ਤੁਸੀਂ ਸਭ ਕੁਝ ਜਾਣਨ ਵਾਲੇ, ਔਰ ਬੀਨਾ ਮਤਲਬ ਹੁੰਦਾ ਦੇਖਣ ਵਾਲੇ ਹੋ। ਤੁਸੀਂ ਸਭ ਕੁਝ ਜਾਣਦੇ ਵੀ ਹੋ, ਦੇਖਦੇ ਵੀ ਹੋ। ਮੈਂ ਮਛਲੀ ਕੈਸੇ ਅੰਤ ਲਾਹਾਂ, ਤਾਂ ਕਹਿ ਰਹੇ ਕਿ ਮੈਂ ਉਸ ਦਰਿਆ ਵਿੱਚ ਵਿਚਰ ਇੱਕ ਛੋਟੀ ਜਿਹੀ ਮਛਲੀ ਦੇ ਸਮਾਨ ਹਾਂ। ਮੈਂ ਤੁਹਾਡਾ ਅੰਤ ਨਹੀਂ ਪਾ ਸਕਦੀ। ਜਿਵੇਂ ਇੱਕ ਦਰਿਆ ਜਾਂ ਸਮੁੰਦਰ ਦੇ ਵਿੱਚ ਇੱਕ ਮਛਲੀ ਹੋਵੇ ਤੇ ਉਸ ਨੂੰ ਨਹੀਂ ਪਤਾ ਚੱਲਦਾ ਕਿ ਸਮੁੰਦਰ ਦਾ ਕਿਨਾਰਾ ਕਿੱਥੇ ਖਤਮ ਹੈ, ਕਿੱਥੋਂ ਸ਼ੁਰੂ ਹੈ। ਉਸੇ ਤਰ੍ਹਾਂ ਇਨਸਾਨ ਗੁਰੂ ਨਾਨਕ ਦੇਵ ਜੀ ਪਰਮਾਤਮਾ ਨੂੰ ਕਹਿ ਰਹੇ ਨੇ ਕਿ ਪਰਮਾਤਮਾ ਜੀ ਤੁਸੀਂ ਇੱਕ ਵੱਡੇ ਅਥਾਹ ਦਰਿਆ ਦੇ ਸਮਾਨ ਹੋ ਤੇ ਮੈਂ ਉਸ ਵਿੱਚ ਇੱਕ ਛੋਟੀ ਜਿਹੀ ਮਛਲੀ ਦੇ ਸਮਾਨ ਹਾਂ, ਵਿਚਰ ਰਹੀ ਹਾਂ। ਮੈਨੂੰ ਨਹੀਂ ਪਤਾ ਕਿ ਮੈਂ ਤੁਹਾਡਾ ਅੰਤ ਕਿਵੇਂ ਪਾ ਸਕਦੀ ਹਾਂ। ਜਹ ਜਹ ਦੇਖਾਂ ਤਹ ਤਹ ਤੂੰ ਹੈ, ਕਿ ਮੈਂ ਜਿੱਧਰ ਵੀ ਨਜ਼ਰ ਮਾਰਦੀ ਹਾਂ ਉਧਰ ਹੀ ਮੈਨੂੰ ਸਭ ਪਾਸੇ ਤੁਸੀਂ ਹੀ ਨਜ਼ਰ ਆਉਂਦੇ ਹੋ। ਯਾਨੀ ਕਿ ਹਰ ਪਾਣੀ ਦੇ ਵਿੱਚ ਵੀ ਤੁਸੀਂ ਹੋ, ਹਰ ਪਸ਼ੂ ਪੰਛੀ ਦੇ ਵਿੱਚ ਤੁਸੀਂ ਹੋ, ਹਰ ਜੀਵ 'ਚ ਤੁਸੀਂ ਮੈਨੂੰ ਪਰਮਾਤਮਾ ਜੀ ਨਜ਼ਰ ਆਉਂਦੇ ਹੋ। ਤੁਝ ਤੇ ਨਿਕਸੀ ਫੂਟ ਮਰਾਂ, ਤੇ ਜਿਸ ਤਰ੍ਹਾਂ ਮਛਲੀ ਪਾਣੀ 'ਚੋਂ ਜੇ ਨਿਕਲ ਜੇ ਬਾਹਰ ਤਾਂ ਡੁੱਬ ਮਰ ਜਾਂਦੀ ਹੈ, ਉਸਦੀ ਮੌਤ ਆ ਜਾਂਦੀ। ਉਸੇ ਤਰ੍ਹਾਂ ਉਹ ਪ੍ਰਭੂ ਕਹਿ ਰਹੇ ਨੇ ਕਿ ਪਰਮਾਤਮਾ ਅਗਰ ਮੈਂ ਤੇਰੇ ਤੋਂ ਬਾਹਰ ਹੁੰਨੀ ਆ ਜਾਂ ਤੇਰੇ ਕਹੇ ਅਨੁਸਾਰ ਨਹੀਂ ਚੱਲਦੀ ਜਾਂ ਤੇਰੇ ਤੋਂ ਬਾਹਰ ਨਿਕਲ ਜਾਨੀ ਤਾਂ ਮੈਂ ਤੜਫ ਤੜਫ ਕੇ ਮਰ ਜਾਵਾਂਗੀ। ਮੇਰਾ ਜੀਵਨ ਜਿਹੜਾ ਹੈ ਤੇਰੇ ਹੀ ਆਸਰੇ ਹੈ। ਨਾ ਜਾਣਾ ਮੇਊ ਨਾ ਜਾਣਾ ਜਾਲੀ। ਫਿਰ ਪਰਮਾਤਮਾ ਜੀ ਅੱਗੇ ਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ ਕਿ ਨਾ ਤੇ ਮੈਂ ਮਲਾਹ ਨੂੰ ਜਾਣਨਾ ਹਾਂ, ਮਲਾਹ ਜਿਹੜਾ ਕਿ ਬੇੜੀ 'ਚ ਤੁਹਾਨੂੰ ਕਸ਼ਤੀ ਵਿੱਚ ਬਿਠਾ ਕੇ ਪਾਰ ਦਰਿਆ ਕਰਾਂਦਾ, ਨਾ ਮੈਂ ਉਸ ਨੂੰ ਜਾਣਦਾ, ਨਾ ਮੈਂ ਉਸ ਜਾਲ ਨੂੰ ਜਾਣਨਾ ਹਾਂ ਜਿਹੜਾ ਮਛਲੀ ਨੂੰ ਫੜਨ ਵਾਸਤੇ ਸਮੁੰਦਰ 'ਚ ਪਾਇਆ ਜਾਂਦਾ ਹੈ। ਜਾਂ ਦੁੱਖ ਲਾਗੇ ਤਾਂ ਤੁਝੇ ਸੰਭਾਲੀ, ਕਿ ਇਹ ਪਰਮਾਤਮਾ ਮੈਂ ਕਿਸੇ ਨੂੰ ਕੁਝ ਨਹੀਂ ਜਾਣਦਾ। ਮੈਨੂੰ ਜਦੋਂ ਵੀ ਤਕਲੀਫ ਹੋਏਗੀ ਤਾਂ ਤੂੰ ਹੀ ਮੈਨੂੰ ਸੰਭਾਲੇਗਾ, ਯਾਨੀ ਕਿ ਤੂੰ ਹੀ ਮੇਰੀ ਰੱਖਿਆ ਕਰੇਗਾ, ਕਿ ਤੂੰ ਹੀ ਮੇਰਾ ਸਭ ਕੁਝ ਹੈ। ਕਿ ਮੈਂ ਤੇਰੇ ਤੋਂ ਅਲੱਗ ਹੋਵਾਂਗਾ ਤਾਂ ਦੁਖੀ ਵੀ ਹੋਵਾਂਗਾ, ਤਾਂ ਮੈਨੂੰ ਅਗਰ ਕੋਈ ਵੀ ਦੁੱਖ ਹੁੰਦਾ ਹੈ ਤਾਂ ਪ੍ਰਭੂ ਮੈਂ ਤੈਨੂੰ ਹੀ ਯਾਦ ਕਰਾਂਗਾ, ਤੂੰ ਹੀ ਮੈਨੂੰ ਸੰਭਾਲੇਗਾ। ਫਿਰ ਇੱਕ ਵਾਰ ਪੈਰਾ ਪੜ੍ਹਦੇ ਹਾਂ। ਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ ਕਿ हे ਪਰਮਾਤਮਾ ਤੂੰ ਦਰਿਆ ਹੈ, ਦਾਨਾ ਬੀਨਾ ਹੈ, ਸਭ ਕੁਝ ਸਮਝਣ ਵਾਲਾ, ਦੇਖਣ ਵਾਲਾ। ਮੈਂ ਮਛਲੀ ਕੈਸੇ ਅੰਤ ਲਾ, ਮੈਂ ਇੱਕ ਮਛਲੀ ਦੇ ਸਮਾਨ ਹਾਂ, ਮੈਂ ਤੇਰਾ ਅੰਤ ਨਹੀਂ ਪਾ ਸਕਦੀ ਕਿ ਤੂੰ ਕਿੱਥੋਂ ਸ਼ੁਰੂ ਕਿੱਥੇ ਖਤਮ ਹੈ। ਜਾਂ ਜਾਂ ਦੇਖਾਂ ਤਾਂ ਤਾਂ ਤੂੰ ਹੈ, ਕਿ ਪਰਮਾਤਮਾ ਜੀ ਮੈਂ ਜਿੱਧਰ ਵੀ ਨਜ਼ਰ ਮਾਰਦਾ ਹਾਂ ਉਹ ਹਰ ਪਾਸੇ ਤੁਸੀਂ ਨਜ਼ਰ ਆਉਂਦੇ ਹੋ। ਤੁਝ ਤੇ ਨਿਕਸੀ ਫੂਟ ਮਰਾਂ, ਔਰ ਅਗਰ ਮੈਂ ਤੁਹਾਡੇ ਕਹਿ ਅਨੁਸਾਰ ਨਹੀਂ ਚੱਲਦਿਆ ਜਾਂ ਬਾਹਰ ਨਿਕਲਦਾ ਤਾਂ ਮੈਂ ਮਰ ਸਕਦਾ ਹਾਂ। ਨਾ ਜਾਣਾ ਮੇਊ ਨਾ ਜਾਣਾ ਜਾਲੀ, ਜਦ ਦੁੱਖ ਲਾਗੇ ਤਾਂ ਤੁਝੇ ਸੰਭਾਲੀ, ਕਿ ਮੈਨੂੰ ਜਦੋਂ ਵੀ ਕੋਈ ਤਕਲੀਫ ਆਏਗੀ ਮੈਂ ਤਾਂ ਤੁਹਾਨੂੰ ਹੀ ਸਮਝਾਂਗਾ, ਤੁਸੀਂ ਮੇਰੇ ਸਹਾਈ ਹੋ। ਨਾ ਤੇ ਮੈਂ ਉਸ ਮਲਾਹ ਨੂੰ ਸਮਝਦਾ ਜਿਹੜਾ ਬੇੜੀ 'ਚ ਬੈਠ ਕੇ ਲੋਕਾਂ ਨੂੰ ਪਾਰ ਕਰਾਉਂਦਾ, ਨਾ ਮੈਂ ਉਸ ਜਾਲ ਨੂੰ ਸਮਝਦਾ ਹਾਂ। ਮੇਰੇ ਵਾਸਤੇ ਸਿਰਫ ਪਰਮਾਤਮਾ ਜੀ ਤੁਸੀਂ ਹੀ ਸਭ ਕੁਝ ਹੋ, ਹੋਰ ਕੋਈ ਵੀ ਮੇਰੇ ਲਈ ਕੁਝ ਨਹੀਂ ਹੈ। ਦੂਸਰਾ ਪੈਰਾ ਹੈ ਜਿਸ ਵਿੱਚ ਕਵੀ ਪਰਮਾਤਮਾ ਨੂੰ ਕਹਿ ਰਿਹਾ ਹੈ ਤੂੰ ਭਰਪੂਰ ਜਾਣਿਆ ਮੈਂ ਦੂਰ। ਇੱਥੇ ਭਰਪੂਰ ਦਾ ਮਤਲਬ ਹੈ ਹਰ ਥਾਂ ਵਿਆਪਕ, ਜੋ ਹਰ ਜਗ੍ਹਾ ਮੌਜੂਦ ਹੋਵੇ। ਕਿ ਗੁਰੂ ਨਾਨਕ ਦੇਵ ਜੀ ਇਸਤਰੀ ਰੂਪ ਵਿੱਚ ਫਰਮਾ ਰਹੇ ਨੇ ਕਿ हे ਪਰਮਾਤਮਾ ਤੂੰ ਇਸ ਜਗਤ ਵਿੱਚ, ਸੰਸਾਰ ਵਿੱਚ ਹਰ ਥਾਂ ਤੇ ਮੌਜੂਦ ਹੈ। ਤੂੰ ਭਰਪੂਰ ਯਾਨੀ ਕਿ ਤੂੰ ਹਰ ਜਗ੍ਹਾ ਤੇ ਮੌਜੂਦ ਹੈ। ਮੈਂ ਤੈਨੂੰ ਕਿਤੇ ਦੂਰ ਵਸਦਾ ਹੋਇਆ ਸਮਝ ਰਹੀ ਸੀ। ਮੈਂ ਜਾਣਿਆ ਮੈਂ ਦੂਰ, ਕਿ ਤੂੰ ਤਾਂ ਪਰਮਾਤਮਾ ਹਰ ਜਗ੍ਹਾ ਮੌਜੂਦ ਸਾ, ਲੇਕਿਨ ਮੈਂ ਜਾਣਿਆ ਕਿ ਤੂੰ ਬਹੁਤ ਕਿਤੇ ਦੂਰ ਹੈ। ਜੋ ਕੁਝ ਕਰੀ ਸੋ ਤੇਰੇ ਹਦੂਰ, ਕਿ ਅਸਲ ਵਿੱਚ ਗੱਲ ਹੈ ਕਿ ਜੋ ਕੁਝ ਵੀ ਮੈਂ ਕਰਦੀ ਹਾਂ ਉਹ ਤੇਰੀ ਹਜ਼ੂਰੀ ਵਿੱਚ ਹੀ ਕਰਦੀ ਹਾਂ, ਤੇ ਤੂੰ ਸਭ ਕੁਝ ਵੇਖਦਾ ਹੈ। ਕਿ ਭਈ ਪਰਮਾਤਮਾ ਮੈਂ ਜੋ ਵੀ ਕੁਝ ਕਰਦੀ ਹਾਂ ਸਭ ਕੁਝ ਤੂੰ ਦੇਖ ਰਿਹਾ ਹੈ ਕਿ ਮੈਂ ਕੀ ਕਰ ਰਹੀ ਹਾਂ, ਚੰਗਾ ਕਰ ਰਹੀ ਹਾਂ, ਮਾੜਾ ਕਰ ਰਹੀ ਹਾਂ। ਤੂੰ ਦੇਖੇ ਹਉ ਮੁਕਰ ਪਾਉ, ਕਿ ਮੈਨੂੰ ਪਤਾ ਹੈ ਕਿ ਪਰਮਾਤਮਾ ਤੂੰ ਸਭ ਕੁਝ ਮੈਨੂੰ ਦੇਖ ਰਿਹਾ, ਹਰ ਪਲ ਮੈਨੂੰ ਦੇਖ ਰਿਹਾ, ਲੇਕਿਨ ਫਿਰ ਵੀ ਮੈਂ ਆਪਣੇ ਕੀਤੇ ਕੰਮਾਂ ਤੋਂ ਮੁਕਰ ਜਾਨੀ ਹਾਂ, ਝੂਠ ਬੋਲ ਜਾਨੀ ਕਿ ਮੈਂ ਕੰਮ ਨਹੀਂ ਕੀਤਾ ਹੈ। ਤੇਰੇ ਕੰਮ ਨਾ ਤੇਰੇ ਨਾਏ, ਕਿ ਮੈਂ ਨਾ ਉਸ ਕੰਮ ਵਿੱਚ ਲੱਗਦੀ ਹਾਂ ਜੋ ਤੈਨੂੰ ਪ੍ਰਵਾਨ ਹੋਵੇ, ਤੇ ਨਾ ਹੀ ਮੈਂ ਤੇਰੇ ਨਾਮ ਵਿੱਚ ਜੁੜਦੀ ਹਾਂ। ਕਿ ਪਰਮਾਤਮਾ ਨਾ ਤੇਰੇ ਕੰਮ ਨਾ ਤੇਰੇ ਨਾਏ, ਨਾ ਮੈਂ ਉਸ ਕੰਮ ਵਿੱਚ ਲੱਗ ਰਹੀ ਹਾਂ ਜੋ ਤੈਨੂੰ ਪ੍ਰਵਾਨ ਹੈ, ਕਿ ਜੋ ਤੈਨੂੰ ਮਨਜ਼ੂਰ ਹੈ ਮੈਂ ਉਹ ਕੰਮ ਵੀ ਨਹੀਂ ਕਰ ਰਹੀ, ਨਾ ਮੈਂ ਤੇਰੇ ਨਾਮ ਵਿੱਚ ਜੁੜ ਰਹੀ ਹਾਂ। ਜੇਤਾ ਦੇਹੀ ਤੇਤਾ ਹਉ ਖਾਊ, ਜੇਤਾ ਦੇਹੀ ਕਿ ਜਿਵੇਂ ਦਾ ਤੂੰ ਮੈਨੂੰ ਦੇਵੇਂਗਾ ਉਸੇ ਤਰ੍ਹਾਂ ਦਾ ਮੈਂ ਖਾਊਂਗੀ।
ਤੇ ਹੀ ਖਾऊं कि जिस हालात ਵਿੱਚ ਵੀ ਰੱਖੇਗਾ, ਚਾਹੇ ਮੈਨੂੰ ਅਮੀਰ ਬਣਾ, ਚਾਹੇ ਗਰੀਬ ਬਣਾ, ਚਾਹੇ ਭਿਖਾਰੀ ਬਣਾ, ਚਾਹੇ ਰਾਜਾ ਬਣਾ, ਬਿਆ ਦਰ ਨਾਹੀਂ ਕਿ ਦਰ ਜਾऊं कि पर परमात्मा तू ਮੈਨੂੰ ਜਿਸ ਤਰ੍ਹਾਂ ਮਰਜ਼ੀ ਰੱਖ ਵੀ, ਦੁਖੀ ਰੱਖ, ਸੁਖੀ ਰੱਖ, ਲੇਕਿਨ ਮੈਂ ਕਿਸੇ ਹੋਰ ਕੋਲ ਨਹੀਂ ਜਾਊਂਗੀ ਆਪਣੀ ਮਦਦ ਮੰਗਣ ਵਾਸਤੇ, ਮੈਂ ਕਿਸੇ ਹੋਰ ਦੇ ਦਰ ਤੇ ਜਾ ਕੇ ਕੁਝ ਨਹੀਂ ਮੰਗੂਗੀ, ਤੇਰੇ ਕੋ ਹੀ ਆਊਂਗੀ। ਨਾਨਕ ਏਕ ਕਹੇ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਪਿੰਡ ਦਾ ਇੱਥੇ ਮਤਲਬ ਹੈ ਸਰੀਰ, ਸਾਡੇ ਸਰੀਰ ਤੋਂ ਹੈ। कवि बेनती कर रहा है कि प्रभु ये जिहड़ी जिंदगी है तेरी ही दिती हुई है। नानक जी कह रहे ने एक ही अरदास है परमात्मा, जो पिंड सब तेरी रास, की शरीर तेरा दित्या होया है, ये जिंदगी तेरी दित्ती होई है, ये सब कुछ तेरे ही आसरे है। तू इस नाल जो मर्जी कर सकदा हाँ, तू जिवें चाहे मैनू रख, मैं पर तेरे दरबार आऊँगी, किते होर नहीं जाऊँगी। इस करके हे परमात्मा तैनू जिवें लगदा मैनू उसे तरह रख, पर मैं किसी होर दे दर ते नहीं जाऊँगी मदद मंगण वास्ते, मैं सिर्फ तेरे ही दर ते आऊँगी। कोई भी अगर मैनू मुसीबत आउंदी है तो मुश्किल आउंदी है। सो ये सी 2 पैरे गुरु नानक देव जी की कविता के 11th क्लास के। उम्मीद कर रही हैं तो ये वाले समझ आए होंगे। हुण असीं अगला पैरा, तीसरा पैरा करते हैं। सो उम्मीद कर रही तुहानूं 2 पैरे जिहड़े गुरु नानक देव जी के पढ़ाए ने चंगी तरह समझ आ गए होंगे। हुण असीं अगला तीसरा पैरा पढ़ांगे गुरु नानक देव जी का, जो कि बहुत ही वधिया लिखिया होया है। गुरु नानक देव जी कह रहे हैं, नदियाँ होवे धेणवां। नदियाँ तो सब नूं पता है नदी की हुंदी है। धेणवां दा मतलब हुंदा है गऊआं, मੱਝੀਆਂ, गावां। कि सारी जिन्नियां भी इस धरती ते नदियां हन, सारियां जिहड़ियां नदियां हन वो की बन जाण, दुੱਧ देण वालियां गावां बन जाण, गऊआं बन जाण। सुम होवे दुੱਧ घिओ। सुम ਦਾ मतलब है जिन्ने भी इस धरती ते सोमे ਹਨ ਉਹ ਸਾਰੇ किस चीज़ ਦੇ बन जाण, ਦੁੱਧ ਤੇ ਘਿਓ ਦੇ बन जाण। यानी कि पूरी नदियां की बन जाण, ਦੁੱਧ ਦੇਣ ਵਾਲੀਆਂ गावां बन जाण, ਤੇ ਸਾਰੇ सोमे किस चीज़ ਦੇ बन जाण, ਦੁੱਧ ਤੇ ਘਿਓ ਦੇ बन जाण। सगली धरती, सगली का मतलब सारी, धरती मतलब एक धरती। शक्कर होवे, सारी धरती किस चीज़ की बन जाए, शक्कर की बन जाए, मिट्टी हो जाए। खुशी करे नित जियो, कि इंसान तो खुश ही हो जाएगा ना कि उसनों दुੱਧ देने वाली गावां हर वक्त मिलदियां पई ने, दुੱਧ घिओ वाधू ने, शक्कर बहुत धरती ते मिलदी पई, खाण वाली वधिया वधिया खाण वाली चीज़ां खा के इंसान खुश होएगा। फिर कह रहे हैं कि परबत सोयना रूप होवे, कि जिन्ने जड़े पहाड़ ने सारे सोयना यानी कि सोने दे बन जान, हीरे नाल जड़ाओ, तो उन्हां दे विच हीरे जवाहरात जड़े होण, कि जिन्ने भी इस धरती ते पर्वत ने, पहाड़ ने, सारे सोने दे बन जान, उन्हां विच चाहे हीरे लग जान, सब कुछ हो जाए, चाहे सारी नदियां गावां दुੱਧ देण वालियां गावां बन जान, सारे जड़े सोमे ने दुੱਧ घिओ ते बन जान, पूरी धरती शक्कर दी हो जाए, बहुत खुशियां हो जान इस धरती ते, सारे पर्वत चाहे सोने दे हो जान, विच हीरे जवाहरात जुड़े हन, फिर भी हे परमात्मा भी तू है सलाहना, फिर भी मैनू सिर्फ तू चाहिदा है, सिर्फ और सिर्फ मैं तेरे ही जश गावांगी, तेरी वड्डियाई करांगी, क्योंकि संसार जिहड़ा है दुसुख देण वालियां वस्तां मैनू ये आत्मिक आनंद जिहड़ा कि नहीं दे सकदियां, आखण लहे ना जाओ, कि परमात्मा ਜਿਹੜੀ ਮੈਨੂੰ ਤੇਰੀ ਵਡਿਆਈ ਦਾ ਗੁਣਗਾਨ ਕਰਕੇ ਪ੍ਰਾਪਤ ਸ਼ਾਂਤੀ ਹੁੰਦੀ ਹੈ, ਕਿ ਪਰਮਾਤਮਾ ਜਿਹੜੀ ਮੇਰੇ ਮਨ ਦੀ ਆਤਮਿਕ ਸ਼ਾਂਤੀ, ਜਿਹੜੀ ਆਤਮਾ ਨੂੰ ਸ਼ਾਂਤੀ ਮਿਲਦੀ ਆ, ਉਹ ਤੇਰੀ ਵਡਿਆਈ ਦਾ ਗੁਣਗਾਨ ਕਰਕੇ, ਤੇਰੇ ਨਾਲ ਜੁੜ ਕੇ, ਤੇਰੀ ਕਿਰਪਾ ਦੇ ਯਸ਼ ਗਾ ਕੇ ਹੈ, ਉਸ ਨਾਲ ਮਿਲਦੀ ਮੈਨੂੰ। ਇਹ ਸਾਰੀਆਂ ਪਦਾਰਥਕ ਜਿਹੜੀਆਂ ਚੀਜ਼ਾਂ ਨੇ, ਦੁੱਧ ਘਿਓ ਸ਼ੱਕਰ ਪਰਬ ਸੋਨਾ ਹੀਰੇ, ਇਹਨਾਂ ਦੇ ਨਾਲ ਨਹੀਂ ਮਿਲਦਾ। ਚਾਹੇ ਸਭ ਕੁਝ ਧਰਤੀ ਤੇ ਸਾਰੇ ਸੁੱਖ ਪ੍ਰਾਪਤ ਹੋ ਜਾਣ ਪਰਮਾਤਮਾ, ਫਿਰ ਵੀ ਮੈਂ ਤੇਰੇ ਯਸ਼ ਗਾਵਾਂਗੀ, ਤੇਰੇ ਗੁਣ ਗਾਵਾਂਗੀ। ਮੈਨੂੰ ਤੇਰੇ ਨਾਲ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ ਪਰਮਾਤਮਾ, ਮੈਨੂੰ ਪਦਾਰਥਕ ਚੀਜ਼ਾਂ ਦੇ ਨਾਲ ਜਿਹੜਾ ਹੈ ਕੁਝ ਵੀ ਨਹੀਂ। ਲਾਸਟ ਪੈਰਾ ਅਸੀਂ ਗੁਰੂ ਨਾਨਕ ਦੇਵ ਜੀ ਦੀ ਕਵਿਤਾ ਦਾ ਹੁਣ ਕਰਨ ਜੋ ਜਾ ਰਹੇ ਹਾਂ, ਧਿਆਨ ਨਾਲ ਸਮਝਣਾ। ਬਹੁਤ ਹੀ ਵਧੀਆ ਪੈਰਾ ਹੈ ਲਾਸਟ ਵਾਲਾ, ਗਹਿਰਾਈ ਵਾਲਾ, ਜਿਹੜਾ ਕਿ ਮਤਲਬ ਅਰਥ ਸਮਝਾਇਆ ਗਿਆ ਹੈ। ਗੁਰੂ ਜੀ ਫਰਮਾਉਂਦੇ ਹਨ ਕਿ ਕਿਹਾ ਕੰਚਨ ਟੁੱਟੇ ਸਾਰ, ਕਿਹਾ ਕੰਚਨ ਟੁੱਟੇ ਸਾਰ। ਕੰਚਨ ਹੁੰਦਾ ਹੈ ਸੋਨਾ, ਸਾਰ ਹੁੰਦਾ ਹੈ ਲੋਹਾ, ਠੀਕ ਹੈ। ਕਿਹਾ ਹੁੰਦਾ ਜਿਹੜਾ ਕੈਸਾ, ਜਿਹੜਾ ਧਾਤੂ ਹੁੰਦਾ ਹੈ। ਕੀ ਕਹਿੰਦੇ ਕਿ ਭਾਵੇਂ ਲੋਹਾ ਟੁੱਟੇ, ਭਾਵੇਂ ਸਾਰ ਯਾਨੀ ਕਿ ਸੋਨਾ ਟੁੱਟੇ, ਭਾਵੇਂ ਕਾਂਸਾ ਟੁੱਟੇ, ਜੁੜਦਾ ਕਿਵੇਂ ਹੈ। ਜੇ ਮੰਨ ਲਓ ਤੁਹਾਡੇ ਘਰ ਕੋਈ ਬਰਤਨ ਹੀ ਹੈ ਸੋਨੇ ਦਾ ਜਾਂ ਲੋਹੇ ਦਾ ਜਾਂ ਕਾਂਸੇ ਦਾ, ਟੁੱਟ ਜਾਂਦਾ ਹੈ ਤੇ ਕਿਸ ਤਰ੍ਹਾਂ ਜੁੜਦਾ ਹੈ। ਅਗਨੀ ਗੰਢ ਪਾਏ ਲੋਹਾਰ, ਲੋਹਾਰ ਯਾਨੀ ਕਿ ਲੋਹੇ ਦੀ ਚੀਜ਼ਾਂ ਨੂੰ ਜੋੜਨ ਵਾਲਾ, ਅਗਨੀ ਯਾਨੀ ਕਿ ਅੱਗ, ਯਾਨੀ ਕਿ ਅੱਗ ਦੇ ਨਾਲ ਜੇ ਜੋੜ ਲਾਇਆ ਜਾਵੇ ਤਾਂ ਹੀ ਇਹ ਜਿਹੜੇ ਧਾਤੂ ਦੇ ਚੀਜ਼ਾਂ ਜਿਹੜੇ ਟੁੱਟਦੀਆਂ ਨੇ ਜੁੜ ਸਕਦੀਆਂ ਨੇ। ਯਾਨੀ ਕਿ ਕੰਚਨ ਸੋਨੇ ਦਾ ਹੋਵੇ, ਲੋਹੇ ਦਾ ਹੋਵੇ, ਕੈਂਸੇ ਦਾ ਕੋਈ ਬਰਤਨ ਹੋਵੇ ਜਾਂ ਕੋਈ ਵੀ ਉਸ ਧਾਤੂ ਦੀ ਬਣੀ ਚੀਜ਼ ਹੈ, ਟੁੱਟ ਜੇ ਤੇ ਜੁੜਦੀ ਕਿਸ ਤਰ੍ਹਾਂ। ਲੋਹਾਰ ਉਹਨੂੰ ਅਗਨੀ ਦੇ ਨਾਲ ਜੋੜਦਾ ਹੈ, ਅੱਗ ਦੀ ਗੰਢ ਪਾ ਕੇ ਫਿਰ ਜੋੜਦਾ ਹੈ, ਠੀਕ ਹੈ। ਅਗਲੀ ਲਾਈਨ 'ਚ ਕਹਿ ਰਹੇ ਨੇ ਗੋਰੀ, ਗੋਰੀ ਇੱਥੇ ਕਿਹਾ ਗਿਆ ਹੈ ਪਤਨੀ ਨੂੰ। ਗੋਰੀ ਸੇਤੀ ਟੁੱਟੇ ਪਾਤਾਰ, ਗੋਰੀ ਕਿਹੜੀ ਹੈ ਵਹੁਟੀ ਜਾਂ ਪਤਨੀ, ਸੇਤੀ ਯਾਨੀ ਕਿ ਨਾਲੋਂ, ਪਾਤਾਰ ਮਤਲਬ ਉਸਦਾ ਪਤੀ,
ਤੇ ਕਹਿ ਰਹੇ ਕਿ ਅਗਰ ਪਤੀ ਪਤਨੀ ਦੇ ਵਿੱਚ ਦਰਾਰ ਪੈ ਜਾਂਦੀ ਹੈ, ਪਤੀ ਪਤਨੀ 'ਚ ਆਪਸ ਨਹੀਂ ਬਣਦੀ ਜਾਂ ਲੜਾਈ ਹੋ ਜਾਂਦੀ, ਤੇ ਕੌਣ ਉਹਨਾਂ ਦੇ ਰਿਸ਼ਤੇ ਨੂੰ ਜੋੜਦਾ ਹੈ? ਪੁੱਤੀ ਗੰਢ ਪਾਵੇ ਸੰਸਾਰ, ਕਿ ਉਹਨਾਂ ਦੇ ਅਗਰ ਔਲਾਦ ਆ ਜਾਏ, ਪੁੱਤਰ ਜਾਂ ਧੀ ਆ ਜਾਏ, ਤਾਂ ਉਹਦੇ ਵਿਚਕਾਰ ਜਿਹੜਾ ਜੋੜ ਹੈ ਹੋਰ ਗਹਿਰਾ ਤੇ ਮਜ਼ਬੂਤ ਹੋ ਜਾਂਦਾ ਹੈ। ਪਤੀ ਪਤਨੀ ਦਾ ਜੋੜ ਨੂੰ ਮਜ਼ਬੂਤ ਕੌਣ ਕਰਦਾ? ਉਹਨਾਂ ਦੀ ਔਲਾਦ ਜੋੜਦੀ ਹੈ। ਯਾਨੀ ਕਿ ਹਰ ਚੀਜ਼ ਕਿਸੇ ਚੀਜ਼ ਨੂੰ ਸੰਸਾਰ ਵਿੱਚ ਜੋੜਦੀ ਹੈ। ਰਾਜਾ ਮੰਗੇ, ਕਿ ਰਾਜਾ ਕੀ ਮੰਗਦਾ? ਪ੍ਰਜਾ ਕੋਲੋਂ ਟੈਕਸ ਮੰਗਦਾ ਹੈ ਨਾ। ਦਿੱਤੇ ਗੰਢ ਪਾਏ, ਕਿ ਅਗਰ ਜਿਹੜੀ ਪ੍ਰਜਾ ਹੈ ਉਹ ਅਗਰ ਟੈਕਸ ਦਿੰਦੀ ਹੈ, ਆਪਣਾ ਟੈਕਸ ਅਦਾ ਕਰਦੀ ਹੈ, ਤਾਂ ਹੀ ਉਹਨੂੰ ਵੀ ਸਹੂਲਤਾਂ ਮਿਲਦੀਆਂ ਹਨ। ਰਾਜਾ ਮੰਗਦਾ ਹੈ ਟੈਕਸ, ਕਿਉਂਕਿ ਰਾਜਾ ਸਹੂਲਤਾਂ ਦਿੰਦਾ ਹੈ, ਪ੍ਰਜਾ ਦੇਵੇਗੀ ਤਾਂ ਹੀ ਉਹਨੂੰ ਸਹੂਲਤਾਂ ਜਿਹੜੀਆਂ ਨੇ ਕਿ ਮਿਲਦੀਆਂ ਨੇ। ਭੁੱਖਿਆ ਗੰਢ ਪਾਵੇ ਜਾਂ ਖਾਏ, ਕਿ ਭੁੱਖੇ ਵਿਅਕਤੀ ਨੂੰ ਸ਼ਾਂਤੀ ਕਿਦੋਂ ਮਿਲੇਗੀ? ਜਦੋਂ ਉਹ ਜਾ ਕੇ ਕੁਝ ਉਹਨੂੰ ਖਾਣ ਨੂੰ ਮਿਲੇਗਾ। ਕਾਲਾ ਗੰਢ ਨਦੀਆਂ ਮੀਂਹ ਚੋਲ, ਕਾਲ ਇੱਥੇ ਕਿਹਾ ਗਿਆ ਅਕਾਲ, ਕਿ ਅਗਰ ਅਕਾਲ ਪੈ ਜਾਏ ਤਾਂ ਕਿਸ ਤਰ੍ਹਾਂ ਖਤਮ ਹੋਏਗਾ? ਜੇ ਨਦੀਆਂ ਦੇ ਵਿੱਚ ਮੀਂਹ ਆ ਜਾਏ, ਪਾਣੀ ਆ ਜਾਏ, ਮੀਂਹ ਯਾਨੀ ਕਿ ਬਾਰਿਸ਼, ਬਾਰਿਸ਼ ਦੇ ਪਾਣੀ ਨਾਲ ਆ ਕੇ ਨਦੀਆਂ ਭਰ ਜਾਣ, ਤਾਂ ਹੀ ਅਕਾਲ ਜਿਹੜਾ ਹੈ ਖਤਮ ਹੁੰਦਾ ਹੈ। ਗੰਢ ਪ੍ਰੀਤੀ ਮਿੱਠੇ ਬੋਲ, ਕਿ ਕਿੰਨਾ ਦੇ ਗੂੜੇ ਜਾਂ ਗਹਿਰੇ ਦੋਸਤ ਬਣਦੇ ਹਨ ਜਿਹੜੇ ਕਿ ਮਿੱਠਾ ਬੋਲ ਬੋਲਦੇ ਹਨ, ਕਿ ਜਿਹੜੇ ਵੀ ਵਿਅਕਤੀ ਮਿੱਠਾ ਬੋਲ ਬੋਲਦੇ ਉਹਨਾਂ ਦੇ ਨਾਲ ਦੋਸਤ ਜ਼ਿਆਦਾ ਬਣਦੇ ਹਨ, ਉਹਨਾਂ ਦੇ ਲੋਕਾਂ ਦਾ ਉਹਨਾਂ ਦੇ ਨਾਲ ਰਵੱਈਆ ਚੰਗਾ ਰਹਿੰਦਾ ਹੈ। ਠੀਕ ਹੈ, ਅਗਲੀ ਲਾਈਨ 'ਚ ਕਹਿ ਰਹੇ ਨੇ ਬੇਦਾ ਗੰਢ ਬੋਲੇ ਸੱਚ ਕੋਈ। ਬੇਦਾ ਯਾਨੀ ਕਿ ਵੇਦ ਗ੍ਰੰਥ, ਜਿਹੜੇ ਵੱਡੇ ਵੱਡੇ ਗ੍ਰੰਥ ਨੇ, ਕਹਿੰਦੇ ਨੇ ਉਹ ਪੜ੍ਹ ਕੌਣ ਅਸਲ ਤਰੀਕੇ ਨਾਲ ਜਾਂ ਵਧੀਆ ਤਰੀਕੇ ਨਾਲ ਕੌਣ ਵੇਦ ਜਾਂ ਪੜ੍ਹ ਸਕਦਾ ਵਾ? ਜਿਹੜਾ ਕਿ ਇਨਸਾਨ ਸੱਚਾ ਹੋਏ, ਜਿਹੜਾ ਕਿ ਸੱਚ ਬੋਲਣ ਵਾਲਾ ਹੋਏ, ਉਹੀ ਜਿਹੜਾ ਹੈ ਕਿ ਵੇਦ ਗ੍ਰੰਥਾਂ ਦਾ ਅਧਿਐਨ ਚੰਗੀ ਤਰ੍ਹਾਂ ਕਰ ਸਕਦਾ ਹੈ। ਮੋਇਆ ਗੰਢ, ਮੋਇਆ ਯਾਨੀ ਕਿ ਮਰਿਆ ਹੋਇਆ, ਗੰਢ ਨੇਕੀ ਸੁਤ ਹੋਏ, ਕਿ ਮਰਿਆ ਹੋਇਆ ਜੇ ਕੋਈ ਵਿਅਕਤੀ ਹੈ, ਜੇ ਉਹਦੀ ਮੌਤ ਦੇ ਪਿੱਛੋਂ ਕਿਸ ਮਰੇ ਵਿਅਕਤੀ ਦੀ ਮੌਤ ਦੇ ਪਿੱਛੋਂ ਵੀ ਤਾਰੀਫ ਕੀਤੀ ਜਾਂਦੀ ਹੈ? ਜਿਹਨੇ ਜਿੰਦੇ ਜੀ ਕੋਈ ਨੇਕ ਕਰਮ ਕੀਤੇ ਹੋਏ ਹੋਣ। ਜਿਹੜਾ ਇਨਸਾਨ ਮਰ ਜਾਂਦਾ ਹੈ, ਹਰ ਮਰੇ ਇਨਸਾਨ ਦੀ ਪਿੱਛੋਂ ਤਾਰੀਫ ਤੇ ਨਹੀਂ ਹੁੰਦੀ। ਕੋਈ ਤੇ ਕਹਿੰਦੇ ਕੋਈ ਤਾਂ ਮਰ ਜੇ ਤੇ ਲੋਕੀ ਕਹਿਣਗੇ ਚੰਗਾ ਹੋਇਆ ਚਲਿਆ ਗਿਆ, ਬੁਰਾ ਇਨਸਾਨ ਸੀ, ਲੇਕਿਨ ਕਈਆਂ ਦੇ ਕਹਿਣਗੇ ਰੱਬਾ ਨੂੰ ਕਿਉਂ ਚੁੱਕ ਲਿਆ, ਕਿਉਂ ਇਹਦੀ ਮੌਤ ਹੋ ਗਈ? ਤੇ ਕਹਿੰਦੇ ਕਿ ਉਹਦੇ ਕੋਈ ਚੰਗੇ ਕੰਮ ਹੁੰਦੇ, ਇਸੇ ਕਰਕੇ ਲੋਕ ਉਹਨੂੰ ਜਾਣਦੇ ਨੇ, ਉਹਦੀ ਸਿਫਤ ਕਰਦੇ ਹਨ। ਏਤੀ ਗੰਢ ਵਰਤੇ ਸੰਸਾਰ, ਕਿ ਇਸ ਲਈ ਕਹਿੰਦੇ ਪਰਮਾਤਮਾ ਜੀ ਕਹਿੰਦੇ ਹਨ ਕਿ ਸੋ ਇਸ ਤਰ੍ਹਾਂ ਦੇ ਸੰਬੰਧਾਂ ਨਾਲ ਜਗਤ ਦਾ ਕਾਰ ਵਿਵਹਾਰ ਚੱਲਦਾ ਹੈ, ਯਾਨੀ ਕਿ ਪੂਰਾ ਸੰਸਾਰ ਹੀ ਕਿਸੇ ਨਾ ਕਿਸੇ ਚੀਜ਼ ਨਾਲ ਜੁੜਿਆ ਹੁੰਦਾ ਹੈ। ਮੂਰਖ ਗੰਢ ਪਵੇ ਮੋਏ ਮਾਰ, ਕਿ ਮੂਰਖ ਇਨਸਾਨ ਨੂੰ ਅਕਲ ਕਿਦੋਂ ਆਉਂਦੀ? ਜਦੋਂ ਉਹਦੇ ਮੂੰਹ ਤੇ ਥੱਪੜ ਪੈਂਦਾ, ਇਹਨੂੰ ਮਾਰ ਪੈਂਦੀ ਹੈ। ਫਿਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਹਰ ਵਿਅਕਤੀ ਜਿਹੜਾ ਹੈ ਕਿਸੇ ਨਾ ਕਿਸੇ ਚੀਜ਼ ਤੇ ਜੁੜਿਆ ਹੈ। ਇਹ ਸਾਰੀਆਂ ਚਰਚਾ ਕਰਨ ਤੋਂ ਬਾਅਦ ਗੁਰੂ ਜੀ ਵਿਚਾਰ ਦੱਸਦੇ ਹਨ ਕਿ ਨਾਨਕ ਆਖੇ ਇਹ ਵਿਚਾਰ, ਕਿ ਗੁਰੂ ਨਾਨਕ ਜੀ ਕਹਿੰਦੇ ਫਿਰ ਵਿਚਾਰ ਕਰੋ ਕਿ ਦੇਖੋ ਜੇ ਜਿਸ ਤਰ੍ਹਾਂ ਕੋਈ ਵੀ ਧਾਤੂ ਟੁੱਟ ਗਿਆ, ਉਹ ਕਿਸ ਤਰ੍ਹਾਂ ਜੁੜਿਆ? ਅਗਨੀ ਦੇ ਨਾਲ, ਲੋਹਾਰ ਨੇ ਅੱਗ ਦੇ ਨਾਲ ਜੋੜਿਆ। ਪਤੀ ਪਤਨੀ ਦਾ ਰਿਸ਼ਤਾ ਟੁੱਟਣ ਲੱਗਾ ਤੇ ਕਿੰਨੇ ਜੋੜਿਆ? ਔਲਾਦ ਨੇ ਜੋੜਿਆ। ਰਾਜੇ ਨੇ ਮੰਗਿਆ ਤੇ ਸਿਰ ਪ੍ਰਜਾ ਨੇ ਟੈਕਸ ਦਿੱਤਾ, ਤਾਂ ਹੀ ਉਹਨਾਂ ਦਾ ਗੁਜ਼ਾਰਾ ਹੋਇਆ। ਭੁੱਖੇ ਨੂੰ ਕਦੋਂ ਸ਼ਾਂਤੀ ਮਿਲੀ? ਜਦੋਂ ਉਹਨੂੰ ਜਾ ਕੇ ਰੋਟੀ ਮਿਲੀ। ਅਕਾਲ ਕਦੋਂ ਖਤਮ ਹੋਏਗਾ? ਜਦੋਂ ਮੀਂਹ ਦੇ ਨਾਲ ਨਦੀਆਂ ਭਰ ਜਾਣਗੀਆਂ ਪਾਣੀ ਨਾਲ। ਕੌਣ ਲੋਕਾਂ ਦੇ ਦੋਸਤ ਚੰਗੇ ਬਣਦੇ ਹਨ? ਜਿਹੜਾ ਕਿ ਮਿੱਠੇ ਬੋਲ ਬੋਲਦੇ ਹਨ। ਵੇਦ ਕੌਣ ਪੜ੍ਹ ਸਕਦਾ ਹੈ? ਜਿਹੜਾ ਕਿ ਸੱਚਾ ਇਨਸਾਨ ਹੋਏ। ਕਿਸ ਮਰੇ ਇਨਸਾਨ ਦੀ ਪਿੱਛੋਂ ਤਾਰੀਫ ਕੀਤੀ ਜਾਂਦੀ? ਜਿਹਨੇ ਜਿੰਦੇ ਜੀ ਚੰਗੇ ਕੰਮ ਕੀਤੇ ਹੋਣ। ਮੂਰਖ ਨੂੰ ਕਦੋਂ ਅਕਲ ਆਉਂਦੀ? ਜਦੋਂ ਉਹਦੇ ਮੂੰਹ ਤੇ ਥੱਪੜ ਵੱਜਦਾ ਹੈ। ਤੇ ਨਾਨਕ ਦੇਵ ਜੀ ਕਹਿੰਦੇ ਹਨ ਫਿਰ ਵਿਚਾਰ ਕਰ ਇਨਸਾਨ, ਕਿ ਇਹ ਵਿਚਾਰ ਕਰ ਕਿ ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਲੇ ਮਨੁੱਖ ਦਾ ਹੀ ਪ੍ਰਭੂ ਦੇ ਦਰਬਾਰ ਵਿੱਚ ਆਦਰ ਪਿਆਰ ਦਾ ਸੰਬੰਧ ਜੁੜਦਾ ਹੈ। ਜਿਹੜਾ ਇਨਸਾਨ ਇਸ ਧਰਤੀ ਤੇ ਆ ਕੇ, ਜਿਸ ਪ੍ਰਭੂ ਨੇ ਸਾਨੂੰ ਅਕਾਲ ਪੁਰਖ ਜਿਸ ਨੇ ਭੇਜਿਆ ਹੈ, ਜੇ ਇਸ ਧਰਤੀ ਤੇ ਆ ਕੇ ਜਨਮ ਲੈ ਕੇ ਉਸਦੀ ਅਸੀਂ ਸਿਫਤ ਸਲਾਹ ਨਹੀਂ ਕੀਤੀ, ਉਸ ਦਾ ਸਿਮਰਨ ਹੀ ਨਾ ਕੀਤਾ, ਤਾਂ ਉਸਦੇ ਦਰਬਾਰ ਵਿੱਚ ਜਾਵਾਂਗੇ ਜਦੋਂ, ਤਾਂ ਸਾਨੂੰ ਉਹ ਕਿਵੇਂ ਕਬੂਲ ਕਰੇਗਾ? ਸੋ ਹੇ ਇਨਸਾਨ ਜਿਉਂਦੇ ਜੀ, ਜਿਸ ਮੁੱਖ ਕੰਮ ਲਈ ਤੂੰ ਆਇਆ ਹੈ ਇਸ ਧਰਤੀ ਤੇ, ਪਰਮਾਤਮਾ ਦੀ ਸਿਫਤ ਸਲਾਹ ਨਾਮ ਸਿਮਰਨ ਦੀ ਕਮਾਈ ਕਰਨ, ਉਹ ਕਰ। ਜੇ ਉਹ ਨਹੀਂ ਕੀਤੀ ਤਾਂ ਫਿਰ ਤੈਨੂੰ ਵੀ ਪ੍ਰਭੂ ਆਪਣੇ, ਜਦੋਂ ਉਸਦੇ ਦਰਬਾਰ ਵਿੱਚ ਜਾਏਗਾ ਤਾਂ ਤੈਨੂੰ ਵੀ ਪਰਮਾਤਮਾ ਆਪਣੇ ਨਾਲ ਪਿਆਰ ਦੇ ਨਾਲ ਨਹੀਂ ਜੋੜੇਗਾ, ਤੇਰੀ ਵੀ ਉਹ ਰਕਸ਼ਾ ਫਿਰ ਨਹੀਂ ਕਰੇਗਾ। ਸੋ ਇਹ ਸੀ ਕਵਿਤਾ ਗੁਰੂ ਨਾਨਕ ਦੇਵ ਜੀ ਦੇ, ਜਿਹੜੇ ਅਸੀਂ ਸਾਰੇ ਪੈਰੇ ਕੀਤੇ ਹਨ, 4 ਕੁੱਲ ਪੈਰੇ ਕੀਤੇ ਹਨ। ਉਮੀਦ ਕਰ ਰਹੀ ਹਾਂ ਤੁਹਾਨੂੰ ਸਾਰੇ ਪੈਰੇ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ, ਪਰ ਫਿਰ ਵੀ ਜੇ ਕੋਈ ਚੀਜ਼ ਰਹਿ ਗਈ ਤੁਸੀਂ ਕਮੈਂਟ ਬਾਕਸ 'ਚ ਲਿਖ ਸਕਦੇ ਹੋ, ਮੈਂ ਉਸਨੂੰ ਦੁਬਾਰਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੀ। ਹੁਣ ਇਸ ਨੂੰ ਘਰ ਬੈਠ ਕੇ ਚੰਗੀ ਤਰ੍ਹਾਂ ਰਿਵਾਈਜ਼ ਕਰਨਾ। ਧੰਨਵਾਦ।